राजपुरे च हुक्का पार्टी शराब पार्टियां चल रही सी। असल च पिछे किसी ते कार्रवाई नहीं हुई कि कौन चला रहा सी। SDM जिहड़ी मौके दी डिजास्टर मैनेजमेंट एक्ट थले एरिया कमांडर हुंदी आ, उहने MLA दर्शन लाल जिहड़े कांग्रेस दे बलाचौर दे MLA ਉਹਦੇ भतीजे नूं रंगे हत्थी शराब बेचते फड़िया। इसलिए कांग्रेस पार्टी होम डिलीवरी शराब की पिछले 40 दिनों तो कर रही सी। बलबीर सिंह सिद्धू जी की ਇੱਕੋ ਹੀ ਅਚੀਵਮੈਂਟ ਆ ਪੰਜਾਬ 'ਚ ਜਿਹੜੀ ਪਿਛਲੇ 40 ਦਿਨਾਂ ਤੋਂ ਆਨਲਾਈਨ ਡਿਲੀਵਰੀ ਘਰਾਂ 'ਚ ਸ਼ਰਾਬ ਦੀ ਹੋ ਰਹੀ ਆ ਜਾਂ ਹੁਣ ਇਹ ਰੈਗੂਲਰ ਕਰਨ ਜਾ ਰਹੇ ਹਨ। ਕਾਂਗਰਸੀ ਬਲਾਕ ਪ੍ਰੈਜ਼ੀਡੈਂਟ ਰਣਜੀਤ ਸਿੰਘ ਰੈਡੀ ਜਿਹੜਾ ਦਪਿੰਦਰ ਢਿੱਲੋਂ ਦਾ ਖਾਸ ਬੰਦਾ, ਉਹਦਾ ਇੱਕ ਸ਼ੋਰੂਮ ਸੀਗਾ। ਉਸ ਸ਼ੋਰੂਮ 'ਚ 25-30 ਲੱਖ ਰੁਪਏ ਦੀ ਸ਼ਰਾਬ ਜਿਹੜੀ ਕਿ ਕਰੋੜਾਂ ਦੇ ਹਿਸਾਬ ਨਾਲ 4 ਗੁਣਾ ਮਹਿੰਗੀ ਕੀਮਤ ਤੇ ਵੇਚ ਰਹੇ ਸੀਗੇ। ਉਹ ਸ਼ਰਾਬ ਦੀ ਇੱਕ ਪੇਟੀ ਫਸ ਜੇ ਨਾ, ਉਹਦੇ ਤੇ ਪਰਚਾ ਦਰਜ ਹੋ ਜਾਂਦਾ ਔਰ ਘਰ ਦੇ ਸਾਰੇ ਮੈਂਬਰ ਅੰਦਰ ਹੁੰਦੇ ਆ। ਤੁਸੀਂ ਦੇਖੋ ਕਿ ਇੱਕ ਪਰਸਨਲ ਸ਼ੋਰੂਮ 'ਚ ਕਾਂਗਰਸੀ ਲੀਡਰ ਆ ਮੰਤਰੀ ਜੀ ਦੀ ਸਹਿ ਤੇ ਢਿੱਲੋਂ ਸਾਹਿਬ ਦਾ ਤਾਂ ਆਪਣਾ ਹਿੱਸਾ ਉਹਦੇ 'ਚ ਰੈਡੀ ਸਾਹਿਬ ਉੱਥੇ ਸਰਿਆਮ ਵੇਚ ਰਹੇ ਸੀਗੇ। ਔਰ ਹੈਰਾਨੀ ਦੀ ਗੱਲ ਇਹ ਆ ਵੀ ਪਰਮਜੀਤ ਸਿੰਘ AETC ਕਹਿੰਦਾ ਵੀ ਮੈਂ ਕੋਈ ਕਾਰਵਾਈ ਨਹੀਂ ਕਰਨੀ, ਇਹ ਤਾਂ ਇਸ ਤਰ੍ਹਾਂ ਹੀ ਵਿਕੂ। ਆਹੀ ਸੰਤਰਾ ਦੇਸੀ ਸ਼ਰਾਬ ਨੇ ਜਵਾਹਰਪੁਰ ਦੇ ਅੰਦਰ 47 ਕੇਸ ਕਰੋਨਾ ਪੋਜ਼ਿਟਿਵ ਕਰੇ। ਇਹੀ ਸ਼ਰਾਬ ਦੀ ਡਿਲੀਵਰੀ ਉਸ ਪਿੰਡ 'ਚ ਹੋਈ, ਉਹਨਾਂ ਨੇ ਇਕੱਠੇ ਬੈਠ ਕੇ ਪੀ ਔਰ ਸਾਰੇ ਕਾਂਗਰਸੀ ਲੀਡਰ ਆ ਜਿਹੜੇ ਕਰੋਨਾ ਪੋਜ਼ਿਟਿਵ ਹੋਏ। ਅੱਜ ਜੀ ਮੈਂ ਆਪਣੇ ਵੱਲੋਂ ਦਿਗਵਿਜੇ ਸਿੰਘ ਦੇ ਖਿਲਾਫ ਤੇ ਨਾਲ ਹੀ ਮਿਨਿਸਟਰ ਜਿਹੜੇ ਬਲਬੀਰ ਸਿੱਧੂ ਨੇ ਉਹਨਾਂ ਦੇ ਖਿਲਾਫ ਇੱਕ ਕੰਪਲੇਂਟ ਅੰਡਰ ਸੈਕਸ਼ਨ 295A 298 153A ਔਰ 153B IPC ਦੇ ਧਾਰਾ ਹੇਠ ਇੱਥੇ SHO ਸਾਹਿਬ ਨੂੰ ਥਾਣੇ 'ਚ ਆ ਕੇ ਦੇ ਕੇ ਚੱਲੇ ਆ। ਔਰ ਉਹਦਾ ਕਾਰਨ ਬੜਾ ਸਪਸ਼ਟ ਹੈ ਕਿ ਸਾਰੇ ਦੁਨੀਆ 'ਚ ਤੁਸੀਂ ਆਪ ਵੇਖਿਆ ਕਿ ਚਾਹੇ ਉਹ ਮੌਜੂਦਾ ਰਾਸ਼ਟਰਪਤੀ ਨੇ, ਚਾਹੇ ਪ੍ਰਧਾਨ ਮੰਤਰੀ ਨੇ, ਚਾਹੇ ਸਾਬਕਾ ਪ੍ਰਧਾਨ ਮੰਤਰੀ ਨੇ, ਚਾਹੇ ਜਸਟਿਨ ਟਰੂਡੋ ਸਾਹਿਬ ਨੇ, ਸਾਰਿਆਂ ਨੇ ਇੱਥੋਂ ਕਿ ਪ੍ਰਿੰਸ ਚਾਰਲਸ ਤੱਕ ਨੇ ਵੀ ਜੋ ਗੁਰੂ ਦੇ ਸਿੱਖਾਂ ਨੇ, ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਇਸ ਮਹਾਮਾਰੀ ਦੇ ਸਮੇਂ 'ਚ ਜੋ ਨਿਸ਼ਕਾਮ ਸੇਵਾ ਕੀਤੀ ਹੈ, ਜੋ ਸਾਰੀ ਔਖੀਆਂ ਪ੍ਰਸਥਿਤੀਆਂ ਦੇ ਬਾਵਜੂਦ ਵੀ ਆਪਣੀ ਜਾਨ ਤੇ ਖੇਲ ਕੇ ਹਮੇਸ਼ਾ ਲੋਕਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਔਖੇ ਤੋਂ ਔਖੇ ਹਾਲਾਤਾਂ 'ਚ ਜਾ ਕੇ ਸੇਵਾ ਨਿਭਾ ਰਹੇ ਸੀ। ਉਹਨਾਂ ਸਭ ਦੀਆਂ ਭਾਵਨਾਵਾਂ, ਸਾਡੀਆਂ ਭਾਵਨਾਵਾਂ, ਮੇਰੀਆਂ ਆਪ ਦੀਆਂ ਭਾਵਨਾਵਾਂ ਇਸ ਗੱਲ ਤੋਂ ਬਹੁਤ ਵੱਡੇ ਪੱਧਰ ਤੇ ਦੁੱਖ ਦਰਦ ਪਹੁੰਚਿਆ ਕਿ ਇੱਕ ਸਾਬਕਾ ਮੁੱਖ ਮੰਤਰੀ ਹੋਣ 10 ਸਾਲ ਜਿਹੜੇ ਮੁੱਖ ਮੰਤਰੀ ਰਹੇ ਆ, ਉਹਨਾਂ ਵੱਲੋਂ ਦੇਸ਼ ਨੂੰ ਜੋੜਨ ਦੀ ਗੱਲ ਕੀਤੀ ਜਾਵੇ ਤੇ ਜੱਚਦੀ ਹੈ, ਮਗਰ ਦੇਸ਼ ਨੂੰ ਵੰਡਣ ਦੀ ਜਦ ਗੱਲ ਕੀਤੀ ਜਾਵੇ ਤੇ ਸੁਭਾਵਿਕ ਹੈ ਉਹਨੂੰ ਬਰਦਾਸ਼ਤ ਕਰਨਾ ਬਿਲਕੁਲ ਔਖਾ ਹੋ ਜਾਂਦਾ। ਇੱਕ ਡਿਵਾਈਡ ਐਂਡ ਰੂਲ ਪਾਲਿਸੀ ਜਿਹੜੀ ਉਹਨਾਂ ਨੇ ਅਪਣਾਈ ਔਰ ਇਹ ਟਵੀਟ ਕੀਤੀ, ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਕਿਵੇਂ ਜਿਹੜਾ ਨਿਜ਼ਾਮੁਦੀਨ 'ਚ ਮਰਕਜ਼ ਸੀ ਜਮਾਤ, ਉਹਨਾਂ ਦਾ ਇਕੱਠ ਹੋਇਆ ਸੀ, ਉਹਨਾਂ ਬਾਰੇ ਟਿੱਪਣੀ ਔਰ ਉਹਦੇ ਨਾਲ ਕੰਪੈਰੀਜ਼ਨ ਕਰਕੇ ਇਹਨਾਂ ਨੇ ਇੱਕ ਟਵੀਟ ਕੀਤੀ। ਔਰ ਦੇਖੋ ਇਹ ਦਿਗਵਿਜੇ ਸਿੰਘ ਕੋਈ ਸਧਾਰਨ ਬੰਦੇ ਨਹੀਂ, ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਨੇ, ਲੀਡਰ ਨੇ, ਰਾਹੁਲ ਗਾਂਧੀ ਦੇ ਐਡਵਾਈਜ਼ਰ ਨੇ, ਗਾਂਧੀ ਪਰਿਵਾਰ ਦੇ ਬੜੇ ਵੱਡੇ ਚਹੇਤੇ ਨੇ। ਇਹ ਉਹੀ ਗਾਂਧੀ ਪਰਿਵਾਰ ਹੈ ਜਿਹਨੇ ਪਹਿਲਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਟੈਕ ਕਰਨਾ ਸੀ, ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਦੇ ਸਿੱਖਾਂ ਨੂੰ ਡਿਸਕ੍ਰੈਡਿਟ ਕਰਨ ਵਾਸਤੇ ਬਹੁਤ ਤਰੀਕੇ ਦੀਆਂ ਗੱਲਾਂ ਸਾਰੇ ਦੇਸ਼ ਦੁਨੀਆ 'ਚ ਫੈਲਾਈਆਂ। ਉਹੀ ਭਾਵਨਾਵਾਂ ਨੂੰ ਹੁਣ ਲੈ ਕੇ ਪੈਂਡੈਮਿਕ ਦੇ ਸਮੇਂ 'ਚ ਕਿਸੇ ਦੀ ਮੁਸ਼ਕਿਲ ਨੂੰ ਸਮਝਣਾ ਹਮਦਰਦੀ ਮੈਂ ਕਹਿ ਸਕਦਾ ਸੀ, ਮਗਰ ਹਮਦਰਦੀ ਕਰਨ ਦੀ ਜਗ੍ਹਾ ਟਵੀਟ ਕੀ ਕੀਤਾ। ਔਰ ਇਹ ਟਵੀਟ ਕੀਤਾ ਇਹਨਾਂ ਨੇ 3 ਮਈ ਨੂੰ
और ट्वीट करते हैं कोरोना वायरस करके सिख पिलग्रिम्स पोज फ्रैश कोविड-19 थ्रेट इन पंजाब। फिर अगे कहते एनी कंपैरिजन विद तबलीगी मरकज। कहने का भाव कि जो ये कोरोना वायरस फैल रहा है पंजाब च, ਉਹਦਾ ਕਾਰਨ कौन बने? ਉਹਦਾ ਕਾਰਨ बने ਆ गुरु ਦੇ सिख ਜਿਹੜੇ तख्त श्री हजूर साहब। देखो साडे 5 महान तख्त ने और ये वो पवित्र तख्त है जिथे लोग जाके नतमस्तक होके गुरु गोबिंद सिंह जी महाराज की बख्शिश खुशियां लैके आउंदे ते इत्थे चप्पे चप्पे ते साहिबे कमाल सरबंसदानी धन धन श्री गुरु गोबिंद सिंह जी महाराज के चरण उन्होंने आपदे उत्थे किरपा बख्शिश कीती है। और उत्थे जिथे गुरु गद्दी गुरु साहब ने गुरु ग्रंथ साहब महाराज नूं बख्शिश कीती हो, वो थां नूं जे कोई नतमस्तक होके आ रहा उन्हां श्रद्धालुआं नूं ये गल लई अक्यूज करना कि पंजाब च आके वो करोना वायरस फैला रहे हैं, ये किसी ने बर्दाश्त नहीं करनी। और दुख की गल ये है कि ये ट्वीट करन तो बाद अज 5 तरीक हो गई है, माफ़ी नहीं हले तक सुनी। मैनू आस सी कि जे उन्हां तो गलती भी हो गई है उसका स्पष्टीकरण देणगे, को माफ़ी मंगणगे, मगर जदों ये माफ़ी नहीं आई फिर समझ च आ गई गल कि ये बड़ी सोची समझी डिवाइड एंड रूल पॉलिसी तहत उन्होंने ये काम किया। और इस तरह बलबीर सिद्धू ने एक बयान दिता, दैनिक भास्कर अखबार च वो छपिया सी बड़ी प्रोमिनेंटली। आओ खबर है, एक मंत्री की कह रहा, हजूर साहब के श्रद्धालुओं ने हमारी मेहनत पर पानी फेरा। सेहत मंत्री अगे बड़े ध्यान नाल मैं पढ़ ही देना। पिछले दिन महीने से पंजाब के लोगों में बड़ी मुश्किल से जिंदगी गुजर कर रहे थे, लेकिन एकदम श्री हजूर साहब से पहुंचे श्रद्धालुओं के पॉजिटिव आने से सारी मेहनत पर पानी फिर गया है। सूबे के कई शहर में जो ग्रीन जोन में थे वो श्रद्धालुओं के कारण ऑरेंज जोन में पहुंच गए हैं। प्रदेश के स्वास्थ्य मंत्री बलबीर सिद्धू ने ये विचार एक विशेष बातचीत के दौरान व्यक्त किए। अगे गल नोट करने वाली है। उन्होंने कहा कि पहले एनआरआई, फिर तबलीगी और अब नांदेड़ साहब से बिना सरकारी इजाजत लिए पहुंचे श्रद्धालुओं से ने संक्रमित की संख्या बढ़ा दी है। उन्होंने खुद अस्पताल में पहुंचकर अपना चेकअप कराया। कहने का भाव कि उन्होंने भी ਜਿਹੜੇ श्री हजूर साहब तो गुरु के सिख मुड़ के आए आ, उन्होंने ਜ਼ਿੰਮੇਵਾਰ ठहराता कि इन्हां दे कारणा करके इत्थे करोना वायरस स्प्रैड हो रहा। सो इस तरीके की जिहड़ी डिवाइड एंड रूल माड़ी सोच तक श्री हजूर साहब प्रति और उस पवित्र थां प्रति जिथे गुरु गोबिंद सिंह जी महाराज ने बहुत वड्डियां बख्शिशां गुरु के सिखा ते कीती और गुरु के सिखा नूं इस मत बख्शिश की कि अज तो थोड़े हाजिर नाजिर गुरु श्री गुरु ग्रंथ साहब महाराज सानू इस मत, सानू ये आदेश, सानू ये हुक्म गुरु गोबिंद सिंह जी महाराज ने तख्त श्री हजूर साहब पटना साहब, तख्त हजूर साहब जिथे अज है नंदेड़ साहब अबचल नगर तो यह हुक्म जारी होया सी उस जगह नूं, उस पवित्र थां नूं किसी तरीके की भी जे कोई माड़ी सोच या टिप्पणी उतों के लोगों प्रति या उतों की पवित्र थां प्रति रखे वो बर्दाश्त तो बाहर है। और अफसोस की गल है कि दोवां दे कोल बड़ा लंबा समा सी माफ़ी मंगण दा, मगर ना माफ़ी मंगी और अपनी गल नूं बार बार दोहरा के स्पष्ट करने की कोशिश की कि हाँ असी जो कहा सही कहा। देखो बड़े दुख की गल है कि एक पासे तो मुख्यमंत्री साहब तो सारे कह रहे हैं जी कि साडी पुलिस फोर्स कोरोना वॉरियर्स है, दूजे पासे जेडे सरकार दे नुमाइंदे ने, सरकार दे जेडे MLA वो कोरोना वॉरियर्स का कितना सत्कार कर रहे हैं। अज उस ऑडियो ने उस गल का पर्दाफाश करता। MLA साहब ने फोन किया और बड़े रिस्पैक्टफुली नवदीप जिहड़ा वो हरीके दा सब इंस्पैक्टर नवा भर्ती यंग मुंडा
ਉਹਨੇ ਬੜੇ ਰਿਸਪੈਕਟਫੁਲੀ ਸਤਿ ਸ੍ਰੀ ਅਕਾਲ ਕਹੀ। ਅੱਗਿਓਂ ਐਮਐਲਏ ਸਾਹਿਬ ਦੀ ਜੋ ਸ਼ਬਦਾਵਲੀ ਸੀ ਉਹੀ ਸ਼ਬਦਾਵਲੀ ਸੀ ਜਿਹੜੀ ਘੁਬਾਇਆ ਸਾਹਿਬ ਨੇ ਇੱਕ ਲੇਡੀ ਪੁਲਿਸ ਅਫਸਰ ਦੇ ਖਿਲਾਫ ਕੁਝ ਸਮਾਂ ਪਹਿਲਾਂ ਵਰਤੀ ਸੀ। ਔਰ ਇਹ ਗੱਲ ਬਾਰ-ਬਾਰ ਕਹਿਣੀ ਕਿ ਤੂੰ ਆਪਦੇ ਐਸਐਸਪੀ ਨਾਲ ਗੱਲ ਕਰ ਲਈ ਤੇ ਮੇਰੇ ਨਾਲ ਕਿਉਂ ਨਾ ਕੀਤੀ। ਤੂੰ 3 ਦਿਨ ਹੋ ਗਏ ਤੈਨੂੰ ਲੱਗਿਆ ਨੂੰ, ਤੂੰ ਮੈਨੂੰ ਸਤਿ ਸ੍ਰੀ ਅਕਾਲ ਕਿਉਂ ਨਹੀਂ ਬੁਲਾਈ। ਉਹ ਐਰੋਗੈਂਸ ਔਰ ਉਹ ਇਸ਼ਾਰਾ, ਜਿਸ ਘਟੀਆ ਸ਼ਬਦਾਵਲੀ ਇਹ ਹਰਮਿੰਦਰ ਗਿੱਲ ਨੇ ਵਰਤੀ ਆ, ਉਸ ਤੋਂ ਇਹ ਸਾਫ਼ ਹੋ ਜਾਂਦਾ ਕਿ ਇਹ ਕੱਲਾ PR ਐਕਸਰਸਾਈਜ਼ ਹੈ ਕਿ ਜਿਹੜੇ ਫਰੰਟ ਲਾਈਨ ਵਾਰੀਅਰਸ ਨੇ ਉਹਨਾਂ ਦੇ ਪ੍ਰਤੀ ਇਹਨਾਂ ਦੀ ਸੋਚ ਕੀ ਹੈ ਜਾਂ ਉਹਨਾਂ ਦਾ ਕਿੰਨਾ ਸਤਿਕਾਰ ਇਹ ਕਰਦੇ ਆ। ਇਹ ਕਈ ਡਾਕਟਰਾਂ ਨੇ, ਨਰਸਾਂ ਨੇ ਵੀ ਆਪਦੇ ਬਿਆਨ ਦੇ ਕੇ ਸਪਸ਼ਟ ਕਰਤਾ ਔਰ ਅੱਜ ਇਸ ਆਡੀਓ ਨੇ ਵੀ ਸਪਸ਼ਟ ਕਰਤਾ। ਇਸ ਲਈ ਮੈਂ ਸਮਝਦਾ ਕਿ ਕਿਸੇ ਫਰੰਟ ਲਾਈਨ ਵਾਰੀਅਰ ਨੂੰ ਆਪਣੀ ਡਿਊਟੀ ਨਿਭਾਉਣ ਦੇ ਵੇਲੇ ਵਿਘਨ ਪਾਉਣ ਵਾਸਤੇ ਐਮਐਲਏ ਦੇ ਖਿਲਾਫ ਕਾਰਵਾਈ ਹੋਵੇ ਡਿਜ਼ਾਸਟਰ ਮੈਨੇਜਮੈਂਟ ਐਕਟ ਥੱਲੇ, ਤੇ ਜੇ ਕਾਰਵਾਈ ਨਹੀਂ ਹੋਊਗੀ ਤੇ ਕਿਤੇ ਨਾ ਕਿਤੇ ਫਿਰ ਇਹ ਗੱਲ ਸਪਸ਼ਟ ਹੈ ਕਿ ਇਹ ਸਾਰਾ ਕੁਝ ਇੱਕ PR ਡਰਾਮਾ ਕੈਪਟਨ ਅਮਰਿੰਦਰ ਦੀ ਸਰਕਾਰ ਦਾ ਔਰ ਕੁਝ ਨਹੀਂ। ਔਰ ਦੂਜੀ ਗੱਲ, ਮੈਂ DGP ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਪਿਛਲੀ ਵਾਰੀ ਜਦੋਂ SHO ਲੇਡੀ ਅਫਸਰ ਲਵਪ੍ਰੀਤ ਕੌਰ ਸੀ ਜਾਂ ਲਵਮੀਤ ਸੀ ਉਹਨਾਂ ਦਾ ਨਾਂ, ਘੁਬਾਇਆ ਦੇ ਨਾਲ ਜਦੋਂ ਵੀਡੀਓ ਆਈ ਸੀ ਉਹਦੇ ਬਾਅਦ ਉਹਦੀ ਬਦਲੀ ਕਰਤੀ। ਹੁਣ ਬਦਲੀ ਕਰੋਗੇ ਇਹਦੀ ਕਿ ਇਹਦੇ ਨਾਲ ਖਲੋਗੇ? ਕੀ ਇੱਥੇ ਉਹ ਬਿੱਲਾ ਫੇਰ ਲਾਓਗੇ ਜਿਵੇਂ ਆਈ ਐਮ ਹਰਜੀਤ, ਮੈਂ ਹਰਜੀਤ ਹਾਂ, ਜਿਵੇਂ ਤੁਸੀਂ ਮੂਵਮੈਂਟ ਚਲਾਈ ਸੀ, ਤੇ ਅੱਜ ਬਿੱਲਾ ਲਾਓਗੇ ਕਿ ਮੈਂ ਨਵਦੀਪ ਹਾਂ ਜਾਂ ਮੈਂ ਨਵਦੀਪ ਨਾਲ ਖਲੋਤਾ? ਤੇ ਜੇ DGP ਸਾਹਿਬ ਨਹੀਂ ਲਾਉਣਗੇ ਫਿਰ ਸਮੂਚਾ ਮੈਂ ਅੱਜ ਬੇਨਤੀ ਕਰਦਾ ਕਿ ਜਿਹੜੇ ਇਨਸਾਫ ਪਸੰਦ ਨੇ, ਜਿਹੜੇ ਪੁਲਿਸ ਦੇ ਔਖੇ ਸਮੇਂ ਤੇ ਉਹਨਾਂ ਦੀ ਮਿਹਨਤ ਨੂੰ ਸਤਿਕਾਰ ਕਰਦੇ ਆ, ਫਿਰ ਅਸੀਂ ਸਾਰੇ ਰਲ ਮਿਲ ਕੇ ਇੱਕ ਦਿਨ ਜ਼ਰੂਰ ਆਪਦੇ ਇੱਥੇ ਇਹ ਬਿੱਲਾ ਲਾ ਕੇ ਉਸ ਨਵਦੀਪ ਨੂੰ ਸਤਿਕਾਰ ਦੇਵਾਂਗੇ ਜਿਹਨੂੰ ਸਤਿਕਾਰ DGP ਸਾਹਿਬ ਨੂੰ ਦੇਣਾ ਚਾਹੀਦਾ। ਜੇ ਉਹ ਆਪਦੀ ਡਿਊਟੀ ਚੋਂ ਭੱਜਣਗੇ ਪਿੱਛੇ, ਅਸੀਂ ਉਹਦੇ ਨਾਲ ਖਲੋ ਕੇ ਉਹਦੇ ਸਤਿਕਾਰ ਵਜੋਂ ਸਾਰੇ ਮੈਂ ਨੌਜਵਾਨਾਂ ਨੂੰ ਕਹੂੰਗਾ ਕਿ ਨਵਦੀਪ ਦੇ ਨਾਂ ਤੇ ਜ਼ਰੂਰ ਸਤਿਕਾਰ ਵਜੋਂ ਆਪਾਂ ਇੱਕ ਦਿਨ ਉਹਦਾ ਬਿੱਲਾ ਲਾ ਕੇ ਗੱਲ ਕਹੀਏ, ਮੈਂ ਨਵਦੀਪ ਸਿੰਘ ਦੇ ਨਾਲ। ਦੇਖੋ ਇਹ ਮੈਂ ਤਾਂ ਪਹਿਲਾਂ ਆਸ ਕਰੂੰਗਾ ਕਿ ਇਹ DGP ਸਾਹਿਬ ਆਪ ਕਰਨ। ਜੇ DGP ਸਾਹਿਬ ਹਰਜੀਤ ਨਾਲ ਖਲੋ ਸਕਦੇ ਆ ਫॉर ਡੂਇੰਗ ਹਿਸ ਡਿਊਟੀ, ਫਿਰ DGP ਸਾਹਿਬ ਨਵਦੀਪ ਨਾਲ ਵੀ ਖਲੋਣ। ਉਹਦਾ 24 ਸਾਲ ਦਾ ਯੰਗ ਮੁੰਡਾ, ਉਹਨੂੰ ਵੀ ਹੌਸਲੇ ਅਫਜਾਈ ਦੀ ਲੋੜ ਹੈ, ਉਹਦੇ ਨਾਲ ਵੀ ਖਲੋਣ। ਨਹੀਂ ਤਾਂ ਦੋਹਰੇ ਮਾਪਦੰਡ, ਦੋਹਰੇ ਚਿਹਰੇ ਸਰਕਾਰ ਦੇ ਨੰਗੇ ਹੋ ਜਾਣੇ ਤੁਹਾਡੇ ਸਾਹਮਣੇ। ਕੋਈ ਚੰਗਾ ਹੁੰਦਾ ਕਿ ਸਰਕਾਰ ਆਨਲਾਈਨ ਡਿਲੀਵਰੀ ਰਾਸ਼ਨ ਦੀ ਕਰਦੀ, ਬੱਚਿਆਂ ਨੂੰ ਦੁੱਧ ਪਹੁੰਚਾਉਂਦੀ, ਲੋੜਵੰਦ ਵਸਤੂਆਂ ਦੀ ਕਰਕੇ ਦਿੰਦੀ। ਜਿਹੜਾ ਪਿਛਲੇ 40 ਦਿਨਾਂ ਤੋਂ ਜਿਹਦਾ ਰੌਲਾ ਪੈ ਰਿਹਾ ਕਿ ਘਰੇ ਰਾਸ਼ਨ ਨਹੀਂ ਪਹੁੰਚ ਰਿਹਾ, ਜੇ ਰਾਸ਼ਨ ਦਾ ਪੱਖਪਾਤੀ ਵੰਡ ਦੇ ਰਵੱਈਏ ਬਾਰੇ ਹਰੇਕ ਨੇ ਚਿੰਤਾ ਜਤਾਈ। ਔਰ ਜੋ ਸੋਸ਼ਲ ਰਿਸਪੌਂਸਿਬਿਲਿਟੀ ਸਰਕਾਰ ਦੀ, ਇੱਕ ਸੂਬਾ ਵੈਲਫੇਅਰ ਸੂਬਾ ਹੁੰਦਾ, ਵੈਲਫੇਅਰ ਸਟੇਟ ਦੀ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਚੰਗਾ ਹੁੰਦਾ ਕਿ ਲੋਕਾਂ ਦੇ ਘਰਾਂ 'ਚ ਜਿਨ੍ਹਾਂ ਦੀ ਦਿਹਾੜੀ ਮਰ ਗਈ ਹੈ ਉਹਨਾਂ ਨੂੰ 6000 ਰੁਪਈਆ ਪ੍ਰਤੀ ਮਹੀਨਾ ਦਿਹਾੜੀ ਪਹੁੰਚੀ ਹੁੰਦੀ। ਜਿਨ੍ਹਾਂ ਨੂੰ ਬਿਜਲੀ ਦੇ ਬਿੱਲ ਪੂਰੇ ਦੇਣੇ ਪੈ ਰਹੇ ਆ ਮਗਰ ਉਹਨਾਂ ਦੀ ਆਮਦਨ ਕੋਈ ਨਹੀਂ, ਘਰਾਂ ਦੀ ਬਿਜਲੀ ਅੱਧੀ ਕੀਤੀ ਗਈ ਹੁੰਦੀ। ਬਿਜਲੀ, ਪਾਣੀ ਦੇ ਬਿੱਲ ਔਰ ਬਿਜਲੀ ਦੇ ਬਿੱਲ ਗਰੀਬਾਂ ਵਾਸਤੇ, ਬੈਕਵਰਡ ਕਲਾਸ, ਸ਼ਡਿਊਲ ਕਾਸਟ ਵੀਰਾਂ ਵਾਸਤੇ ਮਾਫ ਕੀਤੇ ਗਏ ਹੁੰਦੇ। ਔਰ ਉਸ ਤੋਂ ਬਾਅਦ ਕੋਈ ਸਰਕਾਰ ਕੁਝ ਹੋਰ ਕੰਮ ਕਰਦੀ ਤੇ ਉਹ ਫੇਰ ਅਸੀਂ ਕਿੰਤੂ ਪਰੰਤੂ ਨਾ ਕਰਦੇ। ਮਗਰ ਅੱਜ ਜਦ ਖਾਣ ਨੂੰ ਤਾਂ ਰੋਟੀ ਮਿਲ ਨਹੀਂ ਰਹੀ, ਪੰਜਾਬੀ ਭੁੱਖਾ ਸੋ ਰਿਹਾ, ਲੇਬਰ ਤੁਹਾਡੀ ਜਿਹੜੀ ਬੈਕਬੋਨ ਹੈ ਇਕਨੋਮੀ ਦੀ, ਉਹ ਇਸ ਦਰਦ ਕਰਕੇ, ਇਸ ਦੁੱਖ ਕਰਕੇ 1200 ਕਿਲੋਮੀਟਰ ਆਪਦੇ ਸਾਈਕਲ ਚਲਾ ਕੇ ਤੁਰ ਕੇ ਆਪਦੇ ਘਰਾਂ ਨੂੰ ਮੁੜੀ ਜਾਂਦੇ। ਅੱਜ ਵੀ 8.5 ਲੱਖ ਰਜਿਸਟਰਡ ਹੋ ਗਏ ਆ। ਜੇ ਇਹੀ ਧਿਆਨ ਇਹਨਾਂ ਉਹਨਾਂ ਦੇ ਘਰ ਤੱਕ ਰੋਟੀ ਪਹੁੰਚਾਉਣ ਨੂੰ ਲਾਇਆ ਹੁੰਦਾ ਤੇ ਅੱਜ ਉਹ ਪੰਜਾਬ ਛੱਡ ਕੇ ਆਪਦੇ ਘਰਾਂ ਨੂੰ ਵਾਪਸ ਨਾ ਜਾਂਦੇ ਔਰ ਪੰਜਾਬ ਦੀ ਇਕਨੋਮੀ ਨੂੰ ਵੱਡਾ ਹਿੱਟ ਲੱਗਣ ਤੋਂ ਬਚਾ ਰਹਿ ਜਾਂਦਾ। ਦੇਖੋ ਪਿਛਲੇ 40-45 ਦਿਨਾਂ 'ਚ ਸ਼ਰਮਾ ਜੀ ਇਸ ਬਾਰੇ ਵੱਧ ਦੱਸ ਦੇਣਗੇ, ਇਹਨਾਂ ਨੇ ਆਪ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਵੇਚਦੇ ਲੋਕਾਂ ਨੂੰ ਫੜਿਆ ਔਰ ਕਾਂਗਰਸ ਦੇ ਲੀਡਰ ਠੇਕਾ ਨਹੀਂ ਜੀ ਪ੍ਰੋਪਰ ਇਹ ਦੱਸ ਹੀ ਦਿੰਦੇ ਆ। ਉਸ ਤੋਂ ਪਹਿਲਾਂ ਖੰਨੇ ਵੀ ਇੱਕ ਪਰਦਾ ਫਾਸ਼ ਹੋਇਆ ਸੀ, ਫੈਕਟਰੀ ਚੱਲ ਰਹੀ ਸੀ, ਹਰ ਤਰੀਕੇ ਦੀ ਸ਼ਰਾਬ ਬਣ ਰਹੀ ਸੀ, ਮਗਰ ਉਹਦੇ ਪਿੱਛੇ ਅਸਲ ਕੌਣ ਸੀ ਉਹਨਾਂ ਤੇ ਕੋਈ ਕਾਰਵਾਈ ਨਹੀਂ। ਰਾਜਪੁਰੇ 'ਚ ਹੁੱਕਾ ਪਾਰਟੀ, ਸ਼ਰਾਬ ਪਾਰਟੀਆਂ ਚੱਲ ਰਹੀਆਂ ਸੀ, ਅਸਲ 'ਚ ਪਿੱਛੇ ਕਿਸੇ ਤੇ ਕਾਰਵਾਈ ਨਹੀਂ ਹੋਈ ਕਿ ਕੌਣ ਚਲਾ ਰਿਹਾ ਸੀ।
ਆਫਟਰ ਆਲ ਇਹ ਸਾਰਾ ਕੁਝ ਸਿਆਸੀ ਸਰਪ੍ਰਸਤੀ ਤੋਂ ਬਗੈਰ ਨਹੀਂ ਚੱਲ ਸਕਦਾ। ਰੋਪੜ 'ਚ ਐਸਡੀਐਮ ਜਿਹੜੀ ਮੌਕੇ ਦੀ ਡਿਜ਼ਾਸਟਰ ਮੈਨੇਜਮੈਂਟ ਐਕਟ ਥੱਲੇ ਏਰੀਆ ਕਮਾਂਡਰ ਹੁੰਦੀ ਆ, ਉਹਨੇ ਐਮਐਲਏ ਦਰਸ਼ਨ ਲਾਲ ਜਿਹੜੇ ਕਾਂਗਰਸ ਦੇ ਬਲਾਚੌਰ ਦੇ ਐਮਐਲਏ, ਉਹਦੇ ਭਤੀਜੇ ਨੂੰ ਰੰਗੇ ਹੱਥੀ ਸ਼ਰਾਬ ਵੇਚਦੇ ਫੜਿਆ। ਇਸ ਲਈ ਕਾਂਗਰਸ ਪਾਰਟੀ ਹੋਮ ਡਿਲੀਵਰੀ ਸ਼ਰਾਬ ਦੀ ਪਿਛਲੇ 40 ਦਿਨਾਂ ਤੋਂ ਕਰ ਰਹੀ ਸੀ, ਮਗਰ ਹੁਣ ਇਹਨਾਂ ਨੂੰ ਕਿਹੜੀ ਗੱਲ ਦਾ ਇਹ ਕੀ ਕਾਰਨ ਹੈ, ਕਿਉਂ ਕਰ ਰਿਹਾ? ਮੈਂ ਸਮਝਦਾ ਕਿ ਇਹ ਮੌਜੂਦਾ ਹੈਲਥ ਮਿਨਿਸਟਰ ਸਾਹਿਬ ਜੇ ਕਿੱਥੇ ਲੋਕਾਂ ਦੇ ਹੈਲਥ ਵੱਲ ਵੱਧ ਧਿਆਨ ਦੇ ਦੇਣ, ਆਪਣੇ ਠੇਕਿਆਂ ਵੱਲ ਘੱਟ ਧਿਆਨ ਦੇਣ ਤੇ ਬਿਹਤਰ ਹੁੰਦਾ, ਚੰਗਾ ਹੁੰਦਾ। ਮਗਰ ਇਹ ਜਦੋਂ ਸਰਕਾਰ ਦੀ ਪ੍ਰਾਇੋਰਟੀਜ਼ ਗਲਤ ਹੋ ਜਾਣ, ਇਹ ਉਹਦੇ ਨਤੀਜੇ ਸਾਹਮਣੇ ਵੇਖਣ। ਮੈਂ ਪਹਿਲਾਂ ਵੀ ਗੱਲ ਤੁਹਾਨੂੰ ਕੀਤੀ ਹੈ ਜੀ ਕਿ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵੀ ਜਦੋਂ ਇੰਦਰਾ ਗਾਂਧੀ ਨੇ ਅਟੈਕ ਕਰਾਉਣਾ ਸੀ, ਬੜਾ ਲੰਮਾ ਸਮਾਂ ਅਖਬਾਰਾਂ 'ਚ ਨੈਸ਼ਨਲੀ ਔਰ ਇੰਟਰਨੈਸ਼ਨਲੀ ਇਹ ਗੁਰੂ ਦੇ ਸਿੱਖਾਂ ਨੂੰ ਸ਼੍ਰੀ ਹਰਮੰਦਰ ਸਾਹਿਬ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਔਰ ਜਿੱਥੇ ਹਰ ਤਰੀਕੇ ਨਾਲ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਜਾਂਦੀ ਆ, ਉੱਥੋਂ ਬਦਨਾਮ ਕਰਕੇ ਔਰ ਫਿਰ ਉੱਥੇ ਅਟੈਕ ਕਰਾਇਆ ਗਿਆ ਕਾਂਗਰਸ ਵੱਲੋਂ। ਉਹੀ ਕੰਮ ਹੁਣ ਸ਼੍ਰੀ ਹਜੂਰ ਸਾਹਿਬ ਦੇ ਸ਼ਰਧਾਲੂਆਂ ਨਾਲ ਕੀਤਾ ਜਾ ਰਿਹਾ ਔਰ ਤੁਹਾਡੇ ਸਾਹਮਣੇ ਆਇਆ। ਅਸੀਂ ਕਿਸੇ ਦੇ ਖਿਲਾਫ ਨਹੀਂ, ਸਾਰੇ ਪੰਜਾਬ ਦੇ ਵਸਨੀਕ ਵਾਪਸ ਆਉਣੇ ਚਾਹੀਦੇ, ਮਗਰ ਇਹ ਕਿਉਂ ਗੱਲ ਲੁਕੋ ਕੇ ਰੱਖੀ ਗਈ ਕਿ ਜਿਹੜੇ ਬੱਸਾਂ 'ਚ ਇਕੱਲੇ ਸ਼ਰਧਾਲੂ ਨਹੀਂ ਆਏ ਸੀ, ਜਿਹੜੇ ਮਹਾਰਾਸ਼ਟਰ ਦੇ ਵੱਖ-ਵੱਖ ਫੈਕਟਰੀਆਂ 'ਚ ਕੰਮ ਕਰ ਲਏ ਕਾਮੇ ਸਨ, ਉਹ ਵੀ ਨਾਲ ਆਏ। ਇਹ ਗੱਲ ਦੱਸ ਦਿੰਦੇ, ਉਹਨਾਂ ਲਈ ਵੱਖਰੀਆਂ ਬੱਸਾਂ ਭੇਜ ਦਿੰਦੇ, ਲੈ ਆਉਂਦੇ, ਮਗਰ ਉਹਨਾਂ ਦੀ ਆੜ 'ਚ ਸ਼ਰਧਾਲੂਆਂ ਨੂੰ ਨਾਲ ਪੇਸ਼ ਕਰਕੇ ਸ਼ਰਧਾਲੂਆਂ ਨੂੰ ਬਦਨਾਮ ਕੀਤਾ ਗਿਆ। ਇਹ ਗੱਲ ਵੀ ਗਲਤ ਹੈ, ਕਮੀ ਪੇਸ਼ੀ ਸਰਕਾਰ ਦੀ ਹੈ। ਬਦਨਾਮੀ ਤੁਸੀਂ ਸ਼੍ਰੀ ਹਜ਼ੂਰ ਸਾਹਿਬ ਦੀ ਕਰੋ ਤੇ ਉੱਥੋਂ ਆਏ ਸੰਗਤ ਦੀ ਕਰੋ, ਇਹ ਗੱਲ ਗਲਤ ਹੈ, ਸੋਚ ਗਲਤ ਹੈ। ਕਿਸੇ ਨੂੰ ਲਿਆਉਣਾ ਕੋਈ ਮਾੜੀ ਗੱਲ ਨਹੀਂ, ਲਿਆਉਣੇ ਚਾਹੀਦੇ, ਜ਼ਿੰਮੇਵਾਰੀ ਹੈ। ਬਲਬੀਰ ਸਿੰਘ ਸਿੱਧੂ ਜੀ ਦੀ ਇੱਕੋ ਹੀ ਅਚੀਵਮੈਂਟ ਆ ਪੰਜਾਬ 'ਚ, ਜਿਹੜੀ ਪਿਛਲੇ 40 ਦਿਨਾਂ ਤੋਂ ਆਨਲਾਈਨ ਡਿਲੀਵਰੀ ਘਰਾਂ 'ਚ ਸ਼ਰਾਬ ਦੀ ਹੋ ਰਹੀ ਆ, ਜਾਂ ਹੁਣ ਇਹ ਰੈਗੂਲਰ ਕਰਨ ਜਾ ਰਹੇ ਆ ਉਹਨੂੰ। ਤੁਸੀਂ ਆ ਮੇਰੇ ਹਲਕੇ 'ਚ ਦੇਖ ਲਿਆ, ਕੋਈ ਸ਼ਰਾਬ ਦਾ ਠੇਕਾ ਨਹੀਂ ਸੀਗਾ ਉੱਥੇ। ਕਾਂਗਰਸੀ ਬਲਾਕ ਪ੍ਰੈਜ਼ੀਡੈਂਟ ਰਣਜੀਤ ਸਿੰਘ ਰੈਡੀ, ਜਿਹੜਾ ਦਪਿੰਦਰ ਢਿੱਲੋਂ ਦਾ ਖਾਸ ਬੰਦਾ, ਉਹਦਾ ਇੱਕ ਸ਼ੋਰੂਮ ਸੀਗਾ। ਉਸ ਸ਼ੋਰੂਮ 'ਚ 25-30 ਲੱਖ ਰੁਪਏ ਦੀ ਸ਼ਰਾਬ, ਜਿਹੜੀ ਕਿ ਕਰੋੜਾਂ ਦੇ ਹਿਸਾਬ ਨਾਲ 4 ਗੁਣਾ ਮਹਿੰਗੀ ਕੀਮਤ ਤੇ ਵੇਚ ਰਹੇ ਸੀਗੇ। ਉਹ 900 ਰੁਪਏ ਦੀ ਬਲੰਡਰ ਪ੍ਰਾਈਡ, 300 ਰੁਪਏ ਦੀ ਉਹ ਸੰਤਰਾ ਦੇਸੀ ਸ਼ਰਾਬ, ਇਹ ਸਾਰੀ ਸ਼ਰਾਬ ਉੱਥੇ ਇੱਕ ਪ੍ਰਾਈਵੇਟ ਸ਼ੋਰੂਮ 'ਚ ਰੱਖ ਕੇ ਵੇਚ ਰਹੇ ਸੀਗੇ। ਇੱਕ ਘਰ 'ਚ ਜੇ ਸ਼ਰਾਬ ਦੀ ਇੱਕ ਪੇਟੀ ਫਸ ਜੇ ਨਾ, ਉਹਦੇ ਤੇ ਪਰਚਾ ਦਰਜ ਹੋ ਜਾਂਦਾ ਔਰ ਘਰ ਦੇ ਸਾਰੇ ਮੈਂਬਰ ਅੰਦਰ ਹੁੰਦੇ ਆ। ਤੁਸੀਂ ਦੇਖੋ ਕਿ ਇੱਕ ਪਰਸਨਲ ਸ਼ੋਰੂਮ 'ਚ ਕਾਂਗਰਸੀ ਲੀਡਰ ਆ ਮੰਤਰੀ ਜੀ ਦੀ ਸਹਿ ਤੇ ਢਿੱਲੋਂ ਸਾਹਿਬ ਦਾ ਤਾਂ ਆਪਣਾ ਹਿੱਸਾ ਉਹਦੇ 'ਚ ਰੈਡੀ ਸਾਹਿਬ ਉੱਥੇ ਸਰਿਆਮ ਵੇਚ ਰਹੇ ਸੀਗੇ। ਔਰ ਹੈਰਾਨੀ ਦੀ ਗੱਲ ਇਹ ਆ ਵੀ ਪਰਮਜੀਤ ਸਿੰਘ AETC ਕਹਿੰਦਾ ਵੀ ਮੈਂ ਕੋਈ ਕਾਰਵਾਈ ਨਹੀਂ ਕਰਨੀ, ਇਹ ਤਾਂ ਇਸ ਤਰ੍ਹਾਂ ਹੀ ਵਿਕੂਗੀ। ਐਮਐਲਏ ਨੂੰ ਕਹਿ ਰਿਹਾ, ਮੈਨੂੰ ਕਹਿ ਰਿਹਾ ਵੀ ਮੈਂ ਕੋਈ ਕਾਰਵਾਈ ਨਹੀਂ ਕਰਨੀ, ਮੈਂ ਤੁਹਾਡਾ ਗੁਲਾਮ ਨਹੀਂ, ਇਹ ਤਾਂ ਇਸ ਤਰ੍ਹਾਂ ਹੀ ਵਿਕੂਗੀ। ਆਹੀ ਸੰਤਰਾ ਦੇਸੀ ਸ਼ਰਾਬ ਨੇ ਜਵਾਹਰਪੁਰ ਦੇ ਅੰਦਰ 47 ਕੇਸ ਕਰੋਨਾ ਪੋਜ਼ਿਟਿਵ ਕਰੇ। ਇਹੀ ਸ਼ਰਾਬ ਦੀ ਡਿਲੀਵਰੀ ਉਸ ਪਿੰਡ 'ਚ ਹੋਈ, ਉਹਨਾਂ ਨੇ ਇਕੱਠੇ ਬੈਠ ਕੇ ਪੀ ਔਰ ਸਾਰੇ ਕਾਂਗਰਸੀ ਲੀਡਰਾਂ ਜਿਹੜੇ ਕਰੋਨਾ ਪੋਜ਼ਿਟਿਵ ਹੋਏ। ਆ ਰਾਜਪੁਰੇ 'ਚ ਹਰਦਿਆਲ ਸਿੰਘ ਕੰਬੋਜ ਜੀ ਨੇ ਪਾਸ ਜਾਰੀ ਕਰਵਾਏ, ਉੱਥੇ ਹੁੱਕਾ ਪਾਰਟੀ ਹੋਈ, ਜੂਆ ਪਾਰਟੀ ਹੋਈ, ਸਾਰੇ ਹੁੱਕਾ ਔਰ ਜੂਆ ਪਾਰਟੀ ਵਾਲਿਆਂ ਨੇ ਪੂਰੇ, ਯਾਨੀ ਸਾਡੇ 2 ਜ਼ਿਲ੍ਹੇ ਹੈਲਥ ਮਿਨਿਸਟਰ ਬਲਬੀਰ ਸਿੰਘ ਸਿੱਧੂ ਦਾ ਡਿਸਟ੍ਰਿਕਟ ਮੋਹਾਲੀ ਔਰ ਪਟਿਆਲਾ ਜ਼ਿਲ੍ਹਾ ਕੰਬੋਜ ਅਮਰਿੰਦਰ ਸਿੰਘ ਜੀ ਦਾ, ਦੋਨਾਂ ਦੀ ਡੂੰਘਾਈ ਨਾਲ ਜਾਂਚ ਹੋ ਜੇ। ਜੇ ਤਬਲੀਗੀ ਜਮਾਤ ਦੇ ਮੁਖੀ ਤੇ 307 ਦਾ ਪਰਚਾ ਦਰਜ ਹੁੰਦਾ, ਇਹਨਾਂ ਤੇ 302 ਦਾ ਹੋਣਾ ਚਾਹੀਦਾ, ਕਿਉਂਕਿ ਇਹਨਾਂ ਨੇ ਤਾਂ ਸਿੱਧਾ ਹੀ ਕਰੋਨਾ ਫੈਲਾਇਆ ਹੈਗਾ। ਉਹਦੇ 'ਚ ਹੈਲਥ ਮਿਨਿਸਟਰ ਸਾਹਿਬ ਦਾ ਰੋਲ ਵੀ ਆ, CM ਸਾਹਿਬ ਦਾ ਵੀ ਹਲਕਾ ਆ, ਜਿਹੜੀ ਸ਼ਰਾਬ ਦੀ ਡਿਲੀਵਰੀ ਉਹ ਵੀ ਆ। ਸੋ ਇਹ ਜਿਹੜੀ 40 ਦਿਨ ਤੋਂ ਲਗਾਤਾਰ ਹੋਮ ਡਿਲੀਵਰੀ ਕਾਂਗਰਸੀ ਕਰ ਰਹੇ ਤੇ ਉਹਨੂੰ ਰੈਗੂਲਰਾਈਜ਼ ਕਰਨ ਵਾਸਤੇ ਆ ਨਵੀਂ ਪਾਲਿਸੀ ਲੈ ਕੇ ਆ ਰਹੇ ਹਾਂ। ਮੈਂ ਸਮਝਦਾ ਜਿਹੜਾ ਪਾਸਾਂ ਵਾਸਤੇ ਆਮ ਲੋਕਾਂ ਨੂੰ ਲੋੜ ਹੁੰਦੀ ਸੀ, ਜਿਹੜੇ ਲੋਕਾਂ ਨੂੰ ਉਹਨਾਂ ਨੂੰ ਤਾਂ ਖੱਜਲ ਖੁਆਰ ਹੋਣਾ ਪੈਂਦਾ ਸੀਗਾ, ਪਰ ਅੰਦਰ ਖਾਤੇ ਸਿਆਸੀ ਤਾਕਤ ਕਿਵੇਂ ਚੱਲਦੀ ਰਹੀ ਉਹਦਾ ਨਮੂਨਾ ਸੀ ਜਿਹੜੀ ਰਾਜਪੁਰੇ ਦੀ ਹੁੱਕਾ ਪਾਰਟੀ ਸੀਗੀ। ਤੇ ਮੈਂ ਸਮਝਦਾ ਉਹਦੇ ਤੇ ਜਾਂਚ ਹੋਣੀ ਚਾਹੀਦੀ ਹੈ, ਉਹਦਾ ਖੁਲਾਸਾ ਹੋਣਾ ਚਾਹੀਦਾ ਹੈ ਕਿ ਸਿਆਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।